सत श्री अकाल जी सारिਆਂ ਨੂੰ दिस इज कवल जी तो अज आप डिस्कस करन जा रहे हैं रेडियो एक्टिविटी। रेडियो एक्टिविटी है कि देखो की आ जो भी कोई न्यूक्लियाई टुटदा वा अपने आप अगर कोई स्पॉन्टेनियस प्रोसैस आ न्यूक्लियाई जिहड़ा वा आटोमैटिकली अपने आप ही टुटदा पिया वा अपने आप ही टुटण दे नाल उहदे विचों एल्फा बीटा जां गैमा रेडिएशनस जिहड़ियां वा ओह मिट हुंदियां वा ते आपां कह दिंदे जिहड़ा प्रोसैस आ इहनूं आपां की कह दिंदे आ रेडियो एक्टिविटी। किवें कहंदा हुण साडे कोल जिहड़ा वा ना साडे कोल नीयर अबाउट मतलब 1500 नोन न्यूक्लियाई आ। वी हैव अ 1500 नोन न्यूक्लियाई 1500 नोन न्यूक्लियाई आ साडे कोल जिन्हां दे बारे सानू पता वा। ये जिहड़े न्यूक्लियाई है ना 1500 इन्हां दे विचों कोई 260 न्यूक्लियाई इदां दे आ विच आर वेरी वेरी स्टेबल जिहड़े बहुत स्टेबल आ जिन्हां दे टुटण दे चांसिस जिहड़े आ वो बहुत घट हुंदे आ। बट ਜਿਹੜੇ ਬਾਕੀ ਜਿਹੜੇ ਨਿਊਕਲੀਆਈ ਬਚਦੇ ਆ ਦੇ ਆਰ ਅਨਸਟੇਬਲ ਤੇ ਜਿਹੜੀ ਰੇਡੀਓ ਐਕਟੀਵਿਟੀ ਹੁੰਦੀ ਆ ਨਾ ਉਹ ਅਨਸਟੇਬਲ ਨਿਊਕਲੀਆਈ ਦੇ ਵਿੱਚ ਹੀ ਹੁੰਦੀ ਆ। ਜਿਹੜੀ ਰੇਡੀਓ ਐਕਟੀਵਿਟੀ ਹੁੰਦੀ ਆ ਉਹ ਅਨਸਟੇਬਲ ਨਿਊਕਲੀਆਈ ਦੇ ਵਿੱਚ ਹੁੰਦੀ ਆ। ਤਾਂ ਕਾਰਨ ਕੀ ਆ ਇਹਦਾ ਹੋਣ ਦਾ ਕਹਿੰਦਾ ਜਿਵੇਂ ਮੈਂ ਦੱਸਿਆ ਕਿ ਅਨਸਟੇਬਲ ਨਿਊਕਲੀਆਈ ਜਿਹੜੇ ਆ ਨਾ ਉਹ ਕੀ ਕਰਦੇ ਆ ਸਟੇਬਿਲਿਟੀ ਨੂੰ ਗੇਨ ਕਰਨ ਵਾਸਤੇ ਉਹ ਕੀ ਆ ਉਹਨਾਂ ਦੇ ਵਿੱਚ ਸਟੇਬਿਲਿਟੀ ਨੂੰ ਗੇਨ ਕਰਨ ਵਾਸਤੇ ਉਹਨਾਂ ਦੇ ਵਿੱਚ ਅਲਫਾ ਡਿਕੇ ਹੋਏਗਾ ਜਾਂ ਉਹਨਾਂ ਦੇ ਵਿੱਚ ਬੀਟਾ ਡਿਕੇ ਹੋਏਗਾ ਜਾਂ ਉਹਨਾਂ ਦੇ ਵਿੱਚ ਗੈਮਾ ਰੇਡੀਓ ਐਕਟਿਵ ਵੇਵਸ ਜਿਹੜੀਆਂ ਵਾ ਉਹ ਕੀ ਹੋਣਗੀਆਂ ਅਮਿਟ ਹੋਣਗੀਆਂ। ਇਹ ਤਿੰਨ ਪ੍ਰੋਸੈਸ ਦੇ ਰਾਹੀਂ ਜਿਹੜੇ ਆ ਨਿਊਕਲੀਆਈ ਆ ਉਹ ਕੀ ਕਰਦੇ ਆ ਇਹ ਰੇਡੀਓ ਐਕਟੀਵਿਟੀ ਦਾ ਜਿਹੜਾ ਪ੍ਰੋਸੈਸ ਆ ਉਹ ਚੱਲਦਾ ਵਾ। ਜੇ ਇਹ ਜਿਹੜਾ ਪ੍ਰੋਸੈਸ ਆ ਇਹ ਪ੍ਰੋਸੈਸ ਨੂੰ ਆਪਾਂ ਕੀ ਕਹਿ ਦਿੰਦੇ ਆ ਜਦੋਂ ਕੀ ਹੋਵੇ ਜਦੋਂ ਅਲਫਾ ਪਾਰਟੀਕਲ ਨਿਕਲਣ ਬੀਟਾ ਨਿਕਲਣ ਜਾਂ ਗੈਮਾ ਰੇਡੀਏਸ਼ਨਸ ਉਹਨਾਂ ਵਿੱਚੋਂ ਨਿਕਲਦੀਆਂ ਵਾ ਨਿਊਕਲੀਆਈ ਦੇ ਵਿੱਚੋਂ ਆਪਾਂ ਕਹਿ ਦਿੰਦੇ ਇਸ ਪ੍ਰੋਸੈਸ ਇਜ਼ ਨੋਨ ਐਜ਼ ਰੇਡੀਓ ਐਕਟੀਵਿਟੀ। ਇਹਦੀ ਡੈਫੀਨੇਸ਼ਨ ਜਦੋਂ ਆਪਾਂ ਲਿਖਦੇ ਆ ਤੇ ਕੀ ਕਵਾਂਗੇ ਕਹਿੰਦਾ ਰੇਡੀਓ ਐਕਟੀਵਿਟੀ ਇਜ਼ ਦ ਨਿਊਕਲੀਅਰ ਫਿਨੋਮੀਨਾ। ਕਹਿੰਦਾ ਇਹਦੇ ਵਿੱਚ ਕੀ ਆ ਰੇਟ ਆਫ ਮਿਸ਼ਨ ਆਫ ਜਿੰਨਾ ਅਲਫਾ ਬੀਟਾ ਤੇ ਗੈਮਾ ਜਿਹੜਾ ਵਾ ਡਿਪੈਂਡਿੰਗ ਅਪੋਨ ਦ ਕੰਸਨਟ੍ਰੇਸ਼ਨ ਆਫ ਦ ਨਿਊਕਲੀਆਈ ਦੀ ਕੰਸਨਟ੍ਰੇਸ਼ਨ ਤੇ ਡਿਪੈਂਡ ਕਰਦਾ ਵਾ ਕਿ ਉਹਦੇ ਵਿੱਚੋਂ ਅਲਫਾ ਬੀਟਾ ਜਾਂ ਗੈਮਾ ਰੇਡੀਏਸ਼ਨ ਜਿਹੜੀ ਆ ਕਿਸ ਰੇਟ ਦੇ ਨਾਲ ਉਹਦੇ ਵਿੱਚੋਂ ਅਮਿਟ ਹੋਊਗੀ। ਕਹਿੰਦਾ ਇਹ ਜਿਹੜੀਆਂ ਰਿਐਕਸ਼ਨਸ ਆ ਨਾ ਕਹਿੰਦਾ ਇਹਨਾਂ ਦੇ ਉੱਤੇ ਜਿਹੜਾ ਇਨਵਾਇਰਮੈਂਟਲੀ ਜਿਹੜਾ ਬਾਹਰੀ ਟੈਂਪਰੇਚਰ ਆ ਜਾਂ ਪ੍ਰੈਸ਼ਰ ਆ ਜਾਂ ਹੋਰ ਕੋਈ ਫਿਜ਼ੀਕਲ ਕੰਡੀਸ਼ਨ ਆ ਇਹਨਾਂ ਦਾ ਕੋਈ ਵੀ ਇਹਨਾਂ ਚੀਜ਼ ਦੇ ਉੱਤੇ ਅਸਰ ਨਹੀਂ ਹੁੰਦਾ। ਕਿਉਂਕਿ ਹਾਈ ਟੈਂਪਰੇਚਰਸ ਤੁਸੀਂ ਹਿਸਾਬ ਲਓ ਵੀ ਜਦੋਂ ਆਪਾਂ ਕਹਿੰਦੇ ਸੀ ਕਿ ਨਿਊਕਲੀਅਰ ਫਿਜ਼ਨ ਜਾਂ ਨਿਊਕਲੀਅਰ ਫਿਊਜ਼ਨ ਹੋ ਰਹੀ ਆ ਤੇ ਕਿੰਨਾ ਟੈਂਪਰੇਚਰ ਚਾਹੀਦਾ ਸੀਗਾ ਲੋਟ ਆਫ ਟੈਂਪਰੇਚਰ ਇਜ਼ ਰਿਕੁਆਇਰਡ ਤੇ ਅਗਰ 10⁻⁹ ਦੇ ਉੱਤੇ ਜਾ ਕੇ ਫਿਊਜ਼ਨ ਹੋ ਰਹੀ ਆ ਤੇ ਉਹਦਾ ਜਿਹੜਾ ਬਾਹਰੀ ਟੈਂਪਰੇਚਰ ਕੋਈ 100 ਕੈਲਵਿਨ 200 ਕੈਲਵਿਨ 500 ਕੈਲਵਿਨ ਹੋਊਗਾ ਉਹਦਾ ਉਸ ਚੀਜ਼ ਦੇ ਉੱਤੇ ਕੋਈ ਫਰਕ ਨਹੀਂ ਪੈਣਾ ਉਸ ਚੀਜ਼ ਨੂੰ। ਦੈਨ ਕਹਿੰਦਾ ਇਹਦਾ ਬਾਹਰੀ ਜਿਹੜਾ ਇਨਵਾਇਰਮੈਂਟ ਆ ਉਹਦਾ ਇਸ ਉੱਤੇ ਕੋਈ ਵੀ ਅਸਰ ਨਹੀਂ ਪੈਂਦਾ। ਸਾਨੂੰ ਰੇਡੀਓ ਐਕਟੀਵਿਟੀ ਦੇ ਬਾਰੇ ਦੱਸਿਆ ਕਿੰਨੇ ਸਾਨੂੰ ਰੇਡੀਓ ਐਕਟੀਵਿਟੀ ਦੇ ਬਾਰੇ ਦੱਸਿਆ ਹੈਨਰੀ ਨਾਂ ਦਾ ਇੱਕ ਸਾਇੰਟਿਸਟ ਸੀਗਾ ਜਿਹਨੇ ਸਾਨੂੰ ਰੇਡੀਓ ਐਕਟੀਵਿਟੀ ਦੇ ਬਾਰੇ ਦੱਸਿਆ। ਉਹਨੇ ਇੱਕ ਐਕਸਪੈਰੀਮੈਂਟ ਕੀਤਾ ਤੇ ਐਕਸੀਡੈਂਟਲੀ ਉਹਨੂੰ ਉਸ ਚੀਜ਼ ਦੇ ਬਾਰੇ ਪਤਾ ਲੱਗ ਗਿਆ। ਉਹਨੇ ਕੀ ਕੀਤਾ ਇੱਕ ਨਿਊਕਲੀਆਈ ਲਿਆ ਇਹ ਨਿਊਕਲੀਆਈ ਮੰਨ ਲਓ ਕਿ ਸਪੋਜ਼ ਯੂਰੇਨੀਅਮ ਹੀ ਇਹ ਨਿਊਕਲੀਆਈ ਲਿਆ ਉਹਨੂੰ ਉਹਨੇ ਬਲੈਕ ਪੇਪਰ ਦੇ ਵਿੱਚ ਵਲੇਟ ਕੇ ਬਲੈਕ ਪੇਪਰ ਦੇ ਨਾਲ ਉਹਨੂੰ ਸਾਰਾ ਕਵਰ ਕਰ ਦਿੱਤਾ ਕਵਰ ਕਰਕੇ ਇੱਕ ਜਗ੍ਹਾ 'ਤੇ ਰੱਖ ਦਿੱਤਾ ਇਸ ਤਰੀਕੇ ਨਾਲ ਇੱਕ ਜਗ੍ਹਾ 'ਤੇ ਰੱਖ ਦਿੱਤਾ। ਉਹਨੇ ਉਹਦੇ ਸਾਹਮਣੇ ਕੀ ਕੀਤਾ ਇੱਕ ਸਿਲਵਰ ਪੇਪਰ ਲਾਇਆ देयर इज अ सिल्वर पेपर तो इनू आप कह दें न्यूक्लियाई जड़ा वा कवर्ड विद ब्लैक पेपर हुण इस तो अगे उन्हें किया एक फोटोग्राफिक प्लेट रख दी। की होया कुछ समा उन्हें इदा ही प्यार रहन दिता जो उन्हें नैक्सट डे वेख्या तो की वेख्या उन्हें कहता आ जी चीज़ सी ना आ जी फोटोग्राफी प्लेट सी ये उत्ते कुछ ब्लैक कलर की इस तरीके दे नाल कुछ जड़ा सीगा लेयर्स बनिया हुई सीगियां ब्लैक कलर दियां कि लिखियां हुई सीगियां थोड़ा स्क्रीन आप कह सकते हैं कि फोटोग्राफिक प्लेट जी स्क्रीन सी वो किसी थोड़ी ब्लैक पई हुई सी। उन्हें फिर की कहा उन्हें कहा देर आर सम पार्टिकल कुछ पार्टिकल होणगे ਇਹਦੇ ਵਿੱਚੋਂ ਨਿਕਲੇ ਇਸ ਯੂਰੇਨੀਅਮ ਦੇ ਨਿਊਕਲੀਆਈ ਦੇ ਵਿੱਚੋਂ ਕੁਝ ਪਾਰਟੀਕਲ ਨਿਕਲੇ ਹੋਣਗੇ। ਕਹਿੰਦਾ ਉਹ ਪਾਰਟੀਕਲ ਕੀ ਹੋਣਗੇ ਇਨਵਿਜ਼ੀਬਲ ਪਾਰਟੀਕਲਸ ਹੋਣਗੇ ਜਿਹੜੇ ਇਹਦੇ ਵਿੱਚੋਂ ਨਿਕਲੇ ਤੇ ਸਿਲਵਰ ਪੇਪਰ ਨੂੰ ਪਾਰ ਕਰ ਗਏ ਸਿਲਵਰ ਪੇਪਰ ਨੂੰ ਪਾਰ ਕਰ ਗਏ ਕਹਿਣ ਦਾ ਭਾਵ ਕਿ ਉਹ ਜਿਹੜੇ ਪਾਰਟੀਕਲ ਨਿਕਲੇ ਉਹਨਾਂ ਦੀ ਪੈਂਟਰੇਸ਼ਨ ਪਾਵਰ ਜਿਹੜੀ ਆ ਸ਼ੇਕ ਕਰਨ ਦੀ ਸ਼ਕਤੀ ਪੈਂਟਰੇਸ਼ਨ ਪਾਵਰ ਮੀਨਸ किसी चीज़ के शेक करने की जी शक्ति आ वो की आ बहुत ज़्यादा होगी
ਪੈਂਟਰੇਸ਼ਨ ਪਾਵਰ ਬਹੁਤ ਜ਼ਿਆਦਾ ਹੋਊਗੀ, ਜਿਹਦਾ ਕਰਕੇ ਕੀ ਉਹ ਸਿਲਵਰ ਪੇਪਰ ਨੂੰ ਵੀ ਪਾਰ ਕਰ ਗਏ ਤੇ ਇੱਥੇ ਜਾ ਕੇ ਉਹਨਾਂ ਨੇ ਕੀ ਬਣਾ ਦਿੱਤੀ, ਇੱਕ ਬਲੈਕ ਜਿਹੜੀ ਆ ਪਰਤ ਜੀ ਉਹਦੇ ਉੱਤੇ ਕਵਰ ਜਿਹੜਾ ਉਹਨੂੰ ਕਰ ਦਿੱਤਾ। ਫਿਰ ਉਹਨੇ ਬਾਅਦ ਵਿੱਚ ਇਹ ਜਿਹੜੇ ਇਨਵਿਜ਼ੀਬਲ ਪਾਰਟੀਕਲ ਸੀਗੇ ਨਾ ਜਿਹੜੇ, ਉਹਦਾ ਦਾ ਨਾਂ ਦਿੱਤਾ ਡੈਸ਼ ਪਾਰਟੀਕਲਸ ਆਰ ਅਲਫਾ, ਬੀਟਾ ਐਂਡ ਗੈਮਾ ਐਂਡ ਦਿਸ ਪ੍ਰੋਸੈਸ ਇਜ਼ ਨੋਨ ਐਜ਼ ਰੇਡੀਓ ਐਕਟੀਵਿਟੀ। ਇਸ ਪ੍ਰੋਸੈਸ ਦਾ ਨਾਂ ਉਹਨੇ ਕੀ ਦੇ ਦਿੱਤਾ, ਰੇਡੀਓ ਐਕਟੀਵਿਟੀ ਦਾ ਨਾਂ ਉਹਨੇ ਇਸ ਪ੍ਰੋਸੈਸ ਦਾ ਦੇ ਦਿੱਤਾ। ਓਕੇ, ਹੈਨਰੀ ਨੇ ਸਾਨੂੰ ਰੇਡੀਓ ਐਕਟੀਵਿਟੀ ਦੇ ਬਾਰੇ ਤੇ ਦੱਸ ਦਿੱਤਾ ਕਿ ਇਹ ਫਿਨੋਮੀਨਾ ਜਿਹੜਾ ਇਹਨੂੰ ਉਹਨੇ ਰੇਡੀਓ ਐਕਟੀਵਿਟੀ ਦਾ ਨਾਂ ਦਿੱਤਾ। ਇਸ ਤੋਂ ਬਾਅਦ ਆ ਜਾਂਦਾ ਕਿ ਵਾਈ ਸਮ ਨਿਊਕਲੀਆਈ ਆਰ ਸਟੇਬਲ ਐਂਡ ਸਮ ਆਰ ਅਨਸਟੇਬਲ। ਕਿਉਂ ਆਪਾਂ ਕਹਿ ਸਕਦੇ ਹਾਂ ਕਿ ਆਹ ਜਿਹੜੇ ਨਿਊਕਲੀਆਈ ਆ ਇਹ ਸਟੇਬਲ ਆ ਤੇ ਇਹ ਜਿਹੜੇ ਅਨਸਟੇਬਲ ਆ। ਇਹਦੇ ਵਾਸਤੇ ਕੀ ਆ ਸਟੇਬਲ, ਕਹਿੰਦਾ ਕਿ ਜਿਹੜੀ ਸਟੇਬਿਲਿਟੀ ਆ ਨਾ ਨਿਊਕਲੀਆਈ ਦੀ, ਡੈਟ ਡਿਪੈਂਡ ਅਪੋਨ ਦਾ ਰੇਸ਼ੋ ਆਫ ਨਿਊਟਰੋਨ ਐਂਡ ਪ੍ਰੋਟੋਨ। ਸਟੇਬਿਲਿਟੀ ਜਿਹੜੀ ਨਿਊਕਲੀਆਈ ਦੀ ਆ ਡੈਟ ਡਿਪੈਂਡ ਅਪੋਨ ਰੇਸ਼ੋ ਆਫ ਨਿਊਟਰੋਨ ਐਂਡ ਪ੍ਰੋਟੋਨ। ਪ੍ਰੋਟੋਨ ਤੇ ਨਿਊਟਰੋਨ ਦੀ ਰੇਸ਼ੋ ਦੇ ਉੱਤੇ ਡਿਪੈਂਡ ਕਰਦੀ ਹੈ। ਅਗਰ ਪ੍ਰੋਟੋਨ ਤੇ ਨਿਊਟਰੋਨ ਦੀ ਰੇਸ਼ੋ ਦੀ ਵੈਲਿਊ ਜਿਹੜੀ ਆ ਡੈਟ ਇਕੁਅਲ ਟੂ ਵੀ 1, ਅਗਰ ਉਹ ਇਕੁਅਲ ਟੂ 1 ਆ ਔਰ ਨੀਅਰਲੀ ਇਕੁਅਲ ਟੂ 1 ਆ, ਅਗਰ ਇੱਕ ਆ ਜਾਂ ਨੀਅਰਲੀ ਇਕੁਅਲ ਟੂ 1 ਆ, ਦੈਨ ਵੀ ਕੈਨ ਸੇ ਥੀਸ ਨਿਊਕਲੀਆਈ ਆਰ ਸਟੇਬਲ। ਕਿਵੇਂ? ਉਹਦੇ ਵਾਸਤੇ ਕੀ ਕਹਿੰਦਾ, ਸਪੋਜ਼ ਨੰਬਰ ਆਫ ਨਿਊਟਰੋਨ ਤੇ ਇਹ ਕੀ ਹੈ ਨੰਬਰ ਆਫ प्रोटॉन्स। कहता अगर नंबर ऑफ न्यूट्रॉन की रेशियो नंबर ऑफ प्रोटॉन की रेशियो n/p इक्वल टू की 1 आ, दैन वी कैन से दीज न्यूक्लियाई आर की स्टेबल आ। फिर इत्थे कहता वो न्यूक्लियाई जिन्हां दा जिहड़ा अटोमिक नंबर आ वो की लैस दैन की 20 आ। वो न्यूक्लियाई जिन्हां दा अटोमिक नंबर लैस दैन 20 आ वो की स्टेबल आ, वो की स्टेबल आ। और लैस दैन इक्वल टू वी कैन से वो न्यूक्लियाई जिन्हां दा जिहड़ा वा अटोमिक नंबर आ वो लैस दैन इक्वल टू 20 आ, दीज आर स्टेबल। किवें? जिवें सपोज साडे कोल की हीलियम 2 4, सो इट हैज़ अ 2 प्रोटॉन and 2 न्यूट्रॉन। what is the ratio? 2/2 is equal to 1, तो 1 is the ratio of न्यूट्रॉन and प्रोटॉन। another जिदा साढ़े कोल कार्बन, सपोज कार्बन इस 6 12, तो what is a proton? 6 proton it has and 6 neutron it has, 6/6 it has a 1, means ratio of proton and neutron are 1। similarly ਸਾਡੇ ਕੋਲ ਹੋਰ ਵੀ ਐਲੀਮੈਂਟ ਆ ਜਾਂਦੇ ਆ, ਜਿਵੇਂ ਇਹਨੇ ਇੱਥੇ ਨਾਈਟ੍ਰੋਜਨ ਦਾ ਨਾਂ ਲਿਆ ਵਾ, ਕਾਰਬਨ ਦਾ ਨਾਂ ਲਿਆ ਵਾ, ਠੀਕ ਹੈ। ਇਹ ਸਾਰੇ ਜਿਹੜੇ ਕੀ ਆ ਨੀਅਰ ਅਬਾਊਟ ਕੀ ਆ, ਇੱਥੇ ਇਹਨੇ ਨਾਈਟ੍ਰੋਜਨ ਦਾ ਨਾਂ ਲਿਆ ਤੇ 7 ਆ 14 ਵੇਖੋ 7 ਹੀ ਪ੍ਰੋਟੋਨ ਤੇ 7 ਹੀ ਨਿਊਟਰੋਨ, ਦੈਨ ਵੀ ਕੈਨ ਸੇ ਥੀਸ ਆਰ ਸਟੇਬਲ ਨਿਊਕਲੀਆਈ। ਜਾਂ ਹਾਂ ਹੋ ਸਕਦਾ ਵਾ ਇੱਕ ਅੱਧਾ ਵੱਧ ਵੀ ਹੋ ਜਾਏ, ਕਿਉਂਕਿ ਨੀਅਰਲੀ ਇਕੁਅਲ ਟੂ ਕਹਿ ਦਿੱਤਾ ਨਾ, ਇਹਦਾ ਮਤਲਬ ਇਹਦਾ ਜਿਹੜਾ ਵਾ ਵੱਧ ਘੱਟ ਵੀ ਸਕਦਾ ਵਾ। ਜਿੱਦਾਂ ਮੰਨ ਲਓ ਕਿ ਸਪੋਜ਼ ਪ੍ਰੋਟੋਨ 7 ਆ, ਇੱਥੇ 8 ਹੋ ਜਾਣ ਨਿਊਟਰੋਨ, ਤੇ ਦੈਨ ਵੀ ਕੈਨ ਸੇ ਆਲਸੋ ਕਿ ਇਹਨਾਂ ਦੀ ਜਿਹੜੀ ਰੇਸ਼ੋ ਆ ਉਹ ਨੀਅਰਲੀ ਇਕੁਅਲ ਟੂ 1 ਆ ਤੇ ਥੀਸ ਆਰ ਸਟੇਬਲ। ਆਪਾਂ ਇਹ ਸਟੇਬਿਲਿਟੀ ਵਾਸਤੇ ਇੱਕ ਗ੍ਰਾਫ ਬਣਾ ਲੈਂਦੇ ਇਹਦਾ, ਜਾਂ ਆਪਾਂ ਇਹਨੂੰ ਸਟੇਬਿਲਿਟੀ ਬੈਲਟ ਕਹਿ ਦਿੰਦੇ ਹਾਂ, ਸਟੇਬਿਲਿਟੀ ਬੈਲਟ ਕਹਿ ਦਿੰਦੇ। ਇਹਦੇ ਵਾਸਤੇ ਆਪਾਂ ਕੀ ਲਿਖਿਆ 0, ਇੱਧਰਲੇ ਬੰਨੇ ਜਿਹੜੇ ਆ ਨੰਬਰ ਆਫ ਪ੍ਰੋਟੋਨਸ, क्योंकि रेशो बिटवीन अ प्रोटोन एंड न्यूट्रॉन डैट इज़ कॉल्ड न्यूक्लियाई आर स्टेबल। तो आप जो ग्राफ बनाना प्रोटोन तो न्यूट्रॉन के बना लेना, इधर लिखना नंबर ऑफ न्यूट्रॉन, नंबर ऑफ न्यूट्रॉन, नंबर ऑफ प्रोटोन। इनू लिख लिया 10 20 30 40 50 60 70 80, इनू भी इदा ही 10 20 30 40 50 60 70 80 or more than 90 you can write here। so कहना जी स्टेबिलिटी बिल्ट आ, जेकर आप इनू फिर करते हैं जो नंबर ऑफ प्रोटोन इक्वल टू नंबर ऑफ न्यूट्रॉन, तो कितने को नहीं कहा लैस दैन इक्वल टू 20। इट मीनस इधरों आप इनू करते हैं 20 ये हो गया नंबर ऑफ प्रोटोन, 20 नंबर ऑफ न्यूट्रॉन हो गया। इत्थे जी स्टेबिलिटी बिल्ट की आ स्ट्रेट लाइन जाती ग्राफ, एक ही जाता वा स्ट्रेट लाइन। दिस शो डैट कि वैन द एलिमेंट हैव atomic number less than equal to 20, then ratio of proton and neutron both are same, so it gives a straight line graph। इत्थे तक
20 तक ये की दूगा एक स्ट्रेट लाइन ग्राफ दूगा। आप इनू डॉटेड लाइन दे विच लिख लेने, जस्ट इमेजिन कर लेने भी हाँ दिस जदों की आ n इज इक्वल टू z आ, नंबर ऑफ न्यूट्रॉन्स इज इक्वल टू नंबर ऑफ प्रोटोन, देन वी कैन से दिस। बट कहता इस तो बाद की कह दिंदा, कहता कि जदों आपां इस तो अगे चल के जाने हैं, वैन वी आर टॉकिंग अबाउट आ z ग्रेटर दैन इक्वल टू 20 तो उपर की गल करते, जो आप 20 तो उपर की गल करते हैं, जो 20 तो आप उपर की गल करते हैं ना, तो दैट न्यूक्लियाइज आर नॉट स्टेबल। कहता जोड़े वो न्यूक्लियाई आ फिर वो स्टेबल नहीं रेंदे। क्यों किवें नहीं स्टेबल रेंदे? कहता वो वास्ते कहता क्योंकि सपोज साढ़े को कुछ एलीमेंट आ, जिमें साढ़े को सपोज सिल्वर ही आ, साढ़े को की आ सिल्वर आ Ag सिल्वर, ਉਹਦਾ ਅਟੋਮਿਕ ਜਿਹੜਾ ਨੰਬਰ ਆ ਉਹ 47 ਤੇ ਜਿਹੜਾ ਉਹਦਾ ਅਟੋਮਿਕ ਮਾਸ ਆ ਡੈਟ ਇਜ਼ 108। ਇਟ ਮੀਨਸ ਇਟ ਹੈਜ਼ ਹਾਊ ਮੈਨੀ ਪ੍ਰੋਟੋਨਸ? 47 ਪ੍ਰੋਟੋਨ। ਤੇ 108 ਦੇ ਵਿੱਚੋਂ 47 ਮਾਈਨਸ ਕਰੋ ਤੇ ਕਿੰਨੇ ਨਿਊਟਰੋਨ ਆ? 47 ਪ੍ਰੋਟੋਨ ਆ ਤੇ 61 ਨਿਊਟਰੋਨ ਆ ਇਹਦੇ ਕੋਲ। ਮੀਨਸ ਰੇਸ਼ੋ ਆਫ ਨਿਊਟਰੋਨ ਐਂਡ ਪ੍ਰੋਟੋਨਸ ਆਰ ਨॉट इक्वल टू 1। इट विल बी आ ग्रेटर दैन इक्वल टू, ये की हो जूगी ग्रेटर दैन इक्वल टू हो जूगी। फिर इत्थे आप कह दें कि जी रेशो आ ना न्यूट्रॉन ते प्रोटोन की, वो की आ लैस दैन इक्वल टू 1.6 और इक्वल टू 1.6 एक 1 तो ज़्यादा वा रेशो दी, ठीक है। दैन ये जोड़े फिर की है दीज आर नॉट स्टेबल न्यूक्लियाई। फिर इस तरीके ना कहता आप की बना लें एक स्टेबिलिटी बैल्ट, इस तरीके ना ये स्टेबिलिटी बैल्ट जी आ दी शोज़ डैट दिस बैल्ट शोज़ डैट कि जहाँ आप कह सकते हैं कि वो एलीमेंट दोज हू आर बिलोंग टू आ ऑन दिस बैल्ट, ये जी स्टेबिलिटी बैल्ट गई आ बिंगी टेढ़ी जी, ये उपर जोड़े एलीमेंट लाई करनगे ना न्यूक्लियाई लाई करनगे, दे आर आ स्टेबल न्यूक्लियाई। तो सब तो लास्ट वाला जो स्टेबल न्यूक्लियाई आ डैट इज़ अ बिस्मथ Bi, वो की आ बिस्मथ आ। बिस्मथ जोड़ा सब तो स्टेबल आ इस बैल्ट के उत्ते लास्ट एलीमेंट जोड़ा लास्ट एलीमेंट विच इज़ अ स्टेबल ऑन दिस स्टेबिलिटी बैल्ट डैट इज़ अ बिस्मथ। इट्स एटॉमिक नंबर इज़ 83 Bi बिस्मथ। हुण इत्थे इन्हां बिस्मथ जोड़ा सब तो स्टेबल जोड़ा वा आप कह दें कि एलीमेंट आ ऑन द दिस बैल्ट, तो बाकी सारे जोड़े वो की आ अनस्टेबल। ये होर भी स्टेबल होंगे क्योंकि उन्हें आप क्या भी आप 1500 न्यूक्लियाई के बारे जानते सानू पता वा, शुरू के मैं दसिया सीगा। तो 260 इदां दे जोड़े की आ स्टेबल आ, बाकी सारे की आ अनस्टेबल। फिर की करते जोड़े अनस्टेबल वो की करते अनस्टेबल कित्थे होणगे? कुछ अनस्टेबल की होणगे ये उपर होणगे, ये स्टेबिलिटी बिल उपर इस तरीके नाल लिख लेने। देयर आर सम न्यूक्लियाई विच आर ऑन द ਉਹਦੇ ਉੱਪਰਲੀ ਸਾਈਡ ਤੇ ਹੋਣਗੇ ਤੇ ਕੁਝ ਇਹਦੇ ਕੀ ਆ ਬਾਟਮ ਦੀ ਸਾਈਡ ਥੱਲੇ ਹੋਣਗੇ, ਨੀਚੇ ਹੋਣਗੇ ਹੇਠਾਂ ਇਹ ਸਟੇਬਲ। ਹੁਣ ਕੀ ਕਰਦਾ ਕਿ ਇਹ ਜਿਹੜੇ ਇਹਦੇ ਲਾਈਨ ਤੋਂ ਇੱਧਰ ਜਾਂ ਇੱਧਰ ਆ these nuclei ਆਰ ਨॉट ਸਟੇਬਲ ਨਿਊਕਲੀਆਈ। ਫਿਰ ਉਹ ਕੀ ਕਰਦੇ ਆ, ਉਹ ਚਾਹੁੰਦੇ ਆ ਕਿ ਆਪਾਂ ਕੀ ਹੋ ਜਾਈਏ ਸਟੇਬਲ ਹੋ ਜਾਈਏ। ਉਹ ਸਟੇਬਲ ਹੋਣਾ ਚਾਹੁੰਦੇ ਆ, ਉਹ ਸਟੇਬਿਲਿਟੀ ਨੂੰ ਗੇਨ ਕਰਨਾ ਚਾਹੁੰਦੇ ਆ। स्टेबिलिटी गेन करने वास्ते वो फिर की करते हैं काफ़ी कुछ करते हैं। सब तो पहला उन्होंने बारे गल करते जोड़े इस बैल्ट तो उपर है, जोड़े इस बैल्ट तो उपर वो न्यूक्लियाई जोड़े इस स्टेबिलिटी बैल्ट तो उपर आ उन्होंने की आ किहड़ा डिके हुंदा वा बीटा डिके हुंदा। किहड़ा डिके हुंदा वा बीटा डिके हुंदा, ठीक है। उन्होंने की हुंदा वा बीटा डिके हुंदा। मीन टू से डैट कि ये न्यूक्लियाई दे विच रेशो जिहड़ी न्यूट्रॉन ते प्रोटोन दी आ वो की आ ज़्यादा वा, मोर रेशो ऑफ न्यूट्रॉन ते प्रोटोन ज़्यादा। वो की करदे आ फिर अपनी इस रेशो नूं घटाउण वास्ते अपनी इस रेशो नूं की करदे आ घटाउंदे आ। वो इस रेशो नूं घटाउण वास्ते इत्थे फिर जिहड़ा डिके हुंदा डैट इज़ कॉल्ड बीटा डिके। इत्थे की अपनी रेशो नूं डिक्रीज़ करदे, डिक्रीज़ किस तरह करते कि वो स्टेबिलिटी बिल्ट के उपर आ जाए, ठीक है। आप कह देना कि ये जोड़े उपर वाले सारे कि इत्थे हुंदा वा बीटा डिके हुंदा। ते जोड़े नीचे हुंदे आ वो की आ उन्होंने में जी रेशो ऑफ न्यूट्रॉन ते प्रोटोन आ वो उन्होंने की करते आ इनक्रीज़ करते।
ਇੱਥੇ ਜ਼ਿਆਦਾ ਵਾ ਤੇ ਇਹ ਘੱਟ ਕਰਦੇ ਆ, ਇੱਥੇ ਕੀ ਆ ਘੱਟ ਆ ਰੇਸ਼ੋ, ਇਹ ਕੀ ਕਰਦੇ ਉਹਨੂੰ ਜ਼ਿਆਦਾ ਕਰਾਉਂਦੇ ਆ, ਆਪਣੀ ਰੇਸ਼ੋ ਨੂੰ ਕੀ ਆ ਵਧਾਉਂਦੇ ਆ, ਨਿਊਟਰਨ ਤੇ ਪ੍ਰੋਟੋਨ ਦੀ ਰੇਸ਼ੋ ਨੂੰ। ਫਿਰ ਇੱਥੇ ਕਿਹੜਾ ਡਿਕੇ ਹੋਊਗਾ, ਡੈਟ ਇਜ਼ ਅ ਅਲਫਾ ਡਿਕੇ। ਇੱਥੇ ਕਿਹੜਾ ਹੁੰਦਾ ਡਿਕੇ ਅਲਫਾ। ਇਹ ਰੇਸ਼ੋ ਨੂੰ ਇਨਕਰੀਜ਼ ਕਰਦੇ ਆ ਉੱਪਰ ਨੂੰ, ਇਹ ਕੀ ਆ ਡਿਕਰੀਜ਼ ਕਰਦੇ ਆ, ਤਾਂ ਕਿ ਇਹ ਸਟੇਬਲ ਹੋ ਜਾਣ ਤੇ ਸਟੇਬਿਲਿਟੀ ਬੈਲਟ ਦੇ ਉੱਪਰ ਆ ਜਾਣ। ਇਸ ਤਰੀਕੇ ਦੇ ਨਾਲ ਇਹ ਜਿਹੜਾ ਵਾ ਅਲਫਾ ਤੇ ਬੀਟਾ ਜਿਹੜਾ ਡਿਕੇ ਆ ਇਹਨਾਂ ਪਾਰਟੀਕਲਸ ਦੇ ਵਿੱਚ ਕੀ ਆ ਹੁੰਦਾ ਵਾ। ਠੀਕ ਹੈ, ਇਹ ਜਦੋਂ ਫਿਰ ਆਪਾਂ ਕਹਿ ਦਿੰਦੇ ਹਾਂ ਕਿ ਨਿਊਟਰੋਨ ਤੇ ਪ੍ਰੋਟੋਨ ਦੀ ਰੇਸ਼ੋ ਨੂੰ ਵਧਾਉਣਾ ਤੇ ਘਟਾਉਣ ਦਾ ਜੋ ਤਰੀਕਾ ਵਾ, ਇਹ ਇਸ ਸਿਚੁਏਸ਼ਨ ਦੇ ਅਕੋਰਡਿੰਗ ਜਿਹੜਾ ਨਿਊਟਰੋਨ ਦੀ ਰੇਸ਼ੋ ਨੂੰ ਇਨਕਰੀਜ਼ ਤੇ ਡਿਕਰੀਜ਼ ਕਰਨ ਦਾ ਜਿਹੜਾ ਤਰੀਕਾ ਵਾ, ਚਾਹੇ ਉੱਥੇ ਅਲਫਾ ਹੋ ਰਿਹਾ ਜਾਂ ਬੀਟਾ ਡਿਕੇ ਹੋ ਰਿਹਾ ਵਾ, ਇਸ ਪ੍ਰੋਸੈਸ ਨੂੰ ਆਪਾਂ ਕੀ ਕਹਿ ਦਿੰਦੇ ਆ ਰੇਡੀਓ ਐਕਟੀਵਿਟੀ। ਇਸ ਪ੍ਰੋਸੈਸ ਨੂੰ ਕੀ ਕਹਿ ਦਿੰਦੇ ਆ ਰੇਡੀਓ ਐਕਟੀਵਿਟੀ। ਅਗਰ ਇੱਥੇ ਇਸ ਜਗ੍ਹਾ ਦੇ ਉੱਤੇ ਅਗਰ ਸਪੋਜ਼ ਨਿਊਟਰੋਨ ਜ਼ਿਆਦੇ ਆ ਤੇ ਕੀ ਹੋਣਗੇ, ਨਿਊਟਰੋਨ ਵਿਚਲੀ ਕਨਵਰਟ ਇਨਟੂ ਅ ਪ੍ਰੋਟੋਨ। ਅਗਰ ਇੱਥੇ ਪ੍ਰੋਟੋਨ ਜ਼ਿਆਦੇ ਆ, ਡੈਟ ਵਿਲ ਬੀ ਕਨਵਰਟਡ ਇਨਟੂ ਅ ਨਿਊਟਰੋਨਸ। ਇਸ ਤਰੀਕੇ ਦੇ ਨਾਲ ਨਿਊਟਰਨ ਪ੍ਰੋਟੋਨ ਨਿਊਟਰੋਨ ਦੇ ਵਿੱਚ ਜਿਹੜੇ ਉਹ ਕੀ ਆ ਕਨਵਰਟ ਹੋ ਜਾਂਦੇ ਆ। ਇਹ ਪ੍ਰੋਸੈਸ ਨੂੰ ਆਪਾਂ ਕੀ ਕਹਿ ਦਿੰਦੇ ਆ ਰੇਡੀਓ ਐਕਟੀਵਿਟੀ ਪ੍ਰੋਸੈਸ।